ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਸਿੱਖ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦੇ ਨਾਲ ਯੂਕੇ ਤੇ ਯੂਰਪ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇਸ਼ਵਜੀਤ ਕੌਰ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ। ਚੰਡੀਗੜ੍ਹ 'ਚ ਹੋਈ ਪੰਜਾਬ ਕੈਬਨਿਟ ਦੀ ਫੁੱਲ ਹਾਊਸ ਮੀਟਿੰਗ। ਕਈ ਅਹਿਮ ਫੈਸਲਿਆਂ ਤੇ ਕੈਪਟਨ ਕੈਬਨਿਟ ਨੇ ਲਗਾਈ ਮੋਹਰ। ਸ਼ਾਹਕੋਟ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਕੀਤਾ ਇੱਕ ਹੋਰ ਧਮਾਕਾ। ਚੋਣ ਕਮਿਸ਼ਨ ਨੂੰ ਕੀਤੀ ਕੈਪਟਨ ਦੀ ਸ਼ਿਕਾਇਤ। ਪਹਿਲਾਂ ਕਾਂਗਰਸ, ਫਿਰ ਆਜ਼ਾਦ ਅਤੇ ਹੁਣ ਬਣੇ ਅਕਾਲੀ। ਰਜਿੰਦਰ ਦੀਪਾ ਨੇ ਅਕਾਲੀ ਦਲ ਦਾ ਫੜਿਆ ਪੱਲਾ। ਇਕੱਲੇ ਬਠਿੰਡਾ ਜ਼ਿਲ੍ਹੇ 'ਚ ਮੀਜ਼ਲ ਰੁਬੈਲਾ ਟੀਕਾ ਲੱਗਣ ਦੇ ਨਾਲ ਬੱਚਿਆਂ ਦੀ ਵਿਗੜੀ ਸਿਹਤ। ਹਰਕਤ 'ਚ ਆਇਆ ਪੰਜਾਬ ਦਾ ਸਿਹਤ ਮੰਤਰਾਲਾ। ਮੰਗਲਵਾਰ ਚੰਡੀਗੜ੍ਹ 'ਚ ਪੰਜਾਬ ਕੈਬਨਿਟ ਦੀ ਫੁੱਲ ਹਾਊਸ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਕਈ ਅਹਿਮ ਫੈਸਲੇ ਲਏ ਗਏ। ਵੇਖੋ ਇਸ ਬਾਰੇ ਸਾਡੀ ਖਾਸ ਰਿਪੋਰਟ। ਪੰਜਾਬ ਮੰਤਰੀ ਮੰਡਲ ਦੇ ਵਾਅਦੇ ਤੋਂ ਬਾਅਦ ਕੈਬਨਿਟ ਦੀ ਪਹਿਲੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ, ਜਿੱਥੇ ਇਰਾਕ 'ਚ ਮਾਰੇ 27 ਪੰਜਾਬੀਆਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਇਹ ਵੀ ਫੈਸਲਾ ਸਰਬਸੰਮਤੀ ਦੇ ਨਾਲ ਲਿਆ ਗਿਆ ਕਿ ਪੀੜਤ ਪਰਿਵਾਰਾਂ ਨੂੰ ਮਿਲਣ ਵਾਲੀ 20,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨੂੰ ਵੀ ਜਾਰੀ ਰੱਖਿਆ ਜਾਵੇਗਾ। ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਹਰ ਜਿਹੜਾ ਮੁਤਾਸਰੀਨ ਪਰਿਵਾਰ ਹੈ ਉਹਨੂੰ 5 ਲੱਖ ਰੁਪਏ ਤਾਂ ਉਹਨਾਂ ਨੂੰ ਕੰਪਨਸੇਸ਼ਨ ਵਨ ਟਾਈਮ ਦਿੱਤੀ ਜਾਵੇਗੀ ਤੇ ਉਹਨਾਂ ਦੇ 26 ਦੇ 26 ਪਰਿਵਾਰਾਂ ਨੂੰ ਇੱਕ ਕੋਈ ਉਹਨਾਂ ਦੀ ਕੁਆਲੀਫਿਕੇਸ਼ਨ, ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਕੋਈ ਗਵਰਨਮੈਂਟ ਸਰਵਿਸ ਦਿੱਤੀ ਜਾਏਗੀ, ਕਿਉਂਕਿ ਇਹ ਰੂਲਸ ਦੇ ਵਿੱਚ ਫਾਲ ਨਹੀਂ ਕਰਦਾ ਕਿ ਤੇ ਉਹਦੇ ਚ ਕੈਬਨਿਟ ਨੇ ਰਿਲੈਕਸੇਸ਼ਨ ਦੇ ਦਿੱਤੀ ਗਈ ਹੈ ਔਰ ਉਹਨਾਂ ਦੀਆਂ ਕੀ ਕੁਆਲੀਫਿਕੇਸ਼ਨਸ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਨੌਕਰੀ ਦੇ ਦਿੱਤੀ ਜਾਵੇ। 5 ਲੱਖ ਰੁਪਇਆ ਸਾਰਿਆਂ ਦੇ ਐਕਚੁਅਲੀ ਡਿਸਬਰਸਮੈਂਟ ਉਹਦੀ ਹੋ ਚੁੱਕੀ ਹੈ, ਉਹਨਾਂ ਦੇ ਪਹੁੰਚ ਚੁੱਕਿਆ ਹੈ। ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਜਿਹੜਾ ਉਹਨਾਂ ਨੂੰ 20,000 ਰੁਪਇਆ ਮਹੀਨਾ ਪੈਨਸ਼ਨ ਜਾਂ ਪੈਨਸ਼ਨ ਤਾਂ ਨਹੀਂ ਉਹਨੂੰ ਕਹਿ ਸਕਦੇ, ਇੱਕ ਕਿਸਮ ਦੀ ਅਸਿਸਟੈਂਸ ਉਹਨਾਂ ਦੇ ਪਰਿਵਾਰਾਂ ਨੂੰ ਜਾ ਰਹੀ ਸੀ, ਉਹ ਉਦੋਂ ਤੱਕ ਜਾਂਦਾ ਰਹੇਗਾ ਜੀ। ਮੈਡੀਕਲ ਕੌਂਸਲ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਤੇ ਹਸਪਤਾਲਾਂ ਦੀ ਮਾਨਤਾ ਰੱਦ ਕਰਨ ਦੀ ਗੱਲ ਆਖੀ ਗਈ ਸੀ। ਇਸ ਤੇ ਗੌਰ ਫਰਮਾਉਂਦਿਆਂ ਕੈਬਨਿਟ ਵੱਲੋਂ ਸਟਾਫ ਨਰਸਾਂ ਦੀਆਂ ਅਸਾਮੀਆਂ ਠੇਕੇ ਦੇ ਆਧਾਰ ਤੇ ਭਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 228 ਨਰਸਿਸ ਜਿਹੜੀਆਂ ਪੰਜਾਬ ਮੈਡੀਕਲ ਤੇ ਐਜੂਕੇਸ਼ਨ ਰਿਸਰਚ ਦੇ ਵਿੱਚ ਉਹਨਾਂ ਨੂੰ ਕੰਟਰੈਕਟ ਤੇ ਭਰਤੀ, ਇਹਨਾਂ ਦੀ ਸਿਲੈਕਸ਼ਨ ਤਾਂ ਹੋ ਚੁੱਕੀ ਸੀ, ਪਰ ਕਿਸੇ ਵਜ੍ਹਾ ਨਾਲ ਇਲੈਕਸ਼ਨ ਆ ਗਏ, ਫਿਰ ਇਹ ਸਿਲੈਕਸ਼ਨ ਪ੍ਰੋਸੈਸ ਜਿਹੜਾ ਹੈ ਇਹ ਕੁਝ ਠੰਡੇ ਬਸਤੇ 'ਚ ਪੈ ਗਿਆ ਸੀ। ਤੇ ਅੱਜ ਕੈਬਨਿਟ ਨੇ ਹੈਲਥ ਡਿਪਾਰਟਮੈਂਟ ਦੀ ਰეკਮੈਂਡੇਸ਼ਨ ਤੇ ਇਹਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਕੈਬਨਿਟ ਵੱਲੋਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ 2018 ਤੱਕ ਵਧਾ ਦਿੱਤੀ ਗਈ ਹੈ, ਜਿਸ ਦੇ ਤਹਿਤ ਨੀਲੇ ਕਾਰਡ ਧਾਰਕਾਂ, ਫਾਰਮ ਧਾਰਕ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਨਗਦੀ ਰਹਿਤ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ। ਦਰਅਸਲ ਕੇਂਦਰ ਸਰਕਾਰ ਅਕਤੂਬਰ 2018 ਤੋਂ ਕੌਮੀ ਸਿਹਤ ਸੁਰੱਖਿਆ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਤਹਿਤ 2011 ਦੀ ਜਨਗਣਨਾ ਨੂੰ ਆਧਾਰ ਬਣਾ ਕੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ 5 ਲੱਖ ਤੱਕ ਦੇ ਸਿਹਤ ਬੀਮੇ ਮੁਹੱਈਆ ਕਰਵਾਏ ਜਾਣਗੇ। ਇਸੇ ਸੰਦਰਭ 'ਚ ਹੀ ਸੂਬਾ ਸਰਕਾਰ ਨੇ ਅਕਤੂਬਰ ਤੱਕ ਮਿਆਦ ਵਧਾਈ ਹੈ। ਪੰਜਾਬ ਦੇ ਵਿੱਚ ਇੱਕ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜਿਹੜੀ ਹੈ ਉਹ ਚੱਲ ਰਹੀ ਸੀਗੀ। ਇਹਦੇ 'ਚ ਤਕਰੀਬਨ ਜੇ ਮੇਰਾ ਅੰਦਾਜ਼ਾ ਗਲਤ ਨਹੀਂ ਤਾਂ ਕੋਈ 30 ਲੱਖ ਪਰਿਵਾਰ ਜਿਹੜੇ ਹੈ ਇਹਦੇ ਬੈਨੀਫੀਸ਼ੀਅਰੀਜ਼ ਹੈਗੇ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਇੱਕ ਨਵੀਂ ਸਕੀਮ ਜਿਹੜੀ ਹੈ ਉਹ 2 ਅਕਤੂਬਰ ਤੋਂ ਅਨਾਉਂਸ ਕੀਤੀ ਹੈ ਕਿ ਯੂਨੀਵਰਸਲ ਹੈਲਥ ਕੇਅਰ ਔਰ 5 ਲੱਖ ਹਰੇਕ ਪਰਿਵਾਰ ਨੂੰ, ਤੇ ਉਹਦੇ ਤਹਿਤ ਫਿਰ ਪੰਜਾਬ ਨੇ ਅੱਜ ਇਹ ਫੈਸਲਾ ਕੀਤਾ ਕਿ ਜਿਹੜੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਹੈ ਇਹਨੂੰ 31 ਅਕਤੂਬਰ ਤੱਕ ਐਕਸਟੈਂਸ਼ਨ ਦੇ ਦਿੱਤੀ ਜਾਵੇ। ਇਹਨੂੰ ਮਤਲਬ ਇਹਦਾ ਕੋਈ ਜੋ ਪਿਛਲੇ ਸਮੇਂ ਤੋਂ ਚੱਲ ਰਹੀ ਸੀ ਉਸੇ ਤਰ੍ਹਾਂ ਚੱਲਦੀ ਰਹੇ। ਗੁੰਡਾ ਟੈਕਸ ਕਾਰਨ ਚਰਚਾ 'ਚ ਰਹੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨੂੰ ਦਿੱਤੇ ਜਾਣ ਵਾਲੇ ਵਿਆਜ ਮੁਕਤ 1240 ਕਰੋੜ ਲਈ ਵੀ ਰਾਹ ਪੱਧਰਾ ਕੀਤਾ ਗਿਆ। ਇਸ ਤੋਂ ਇਲਾਵਾ ਚਨਾਰਥਲ ਕਲਾਂ ਨੂੰ ਸਬ ਤਹਿਸੀਲ ਦਾ ਦਰਜਾ ਦਿੱਤਾ ਗਿਆ ਤੇ ਦੀਨਾਨਗਰ ਨੂੰ ਤਹਿਸੀਲ ਦਾ ਦਰਜਾ ਦੇਣ ਲਈ ਹਰੀ ਝੰਡੀ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਰਿਫਾਈਨਰੀ ਪ੍ਰੋਜੈਕਟ ਜਿਹੜਾ ਸੀ ਬਠਿੰਡੇ ਦੇ ਵਿੱਚ, ਉਹਨਾਂ ਨੂੰ ਕਿਉਂਕਿ ਉਹਨਾਂ ਨਾਲ ਇੱਕ ਪੁਰਾਣਾ ਐਗਰੀਮੈਂਟ ਵੀ ਹੋਇਆ ਸੀਗਾ, ਉਹਨਾਂ ਨੂੰ ਕੁਝ ਕੰਸੈਸ਼ਨਸ ਦੇਣੀਆਂ ਸੀਗੀਆਂ ਜਿਹੜੀਆਂ ਕਿ ਨਹੀਂ ਦੇ ਸਕੇ ਸੀ, 1250 ਕਰੋੜ ਦਾ। ਔਰ
ਦੂਸਰਾ ਸੀ ਕਿ ਹੁਣ 22,000 ਕਰੋੜ ਦੀ ਨਵੀਂ ਇਨਵੈਸਟਮੈਂਟ ਜਿਹੜੀ ਉਹ ਲੈ ਕੇ ਆ ਰਹੇ ਆ, ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਕਿਸ ਕਿਸਮ ਦੇ ਕੰਸੈਸ਼ਨ ਵਗੈਰਾ ਦੇਣੇ। ਇਨ ਪ੍ਰਿੰਸੀਪਲ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਇਹਨਾਂ ਨੂੰ ਗੋ ਹੈਡ ਦੇ ਦਿੱਤਾ ਜਾਵੇ। ਇਹ ਵੀ ਫੈਸਲਾ ਲਿਆ ਗਿਆ ਕਿ ਇੱਕ ਚਨਾਰਥਲ ਕਲਾਂ ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੁਕਾਮ ਪੈਂਦਾ, ਇਹਨੂੰ ਤਹਿਸੀਲ ਦੇ ਵਿੱਚ ਇਹਨੂੰ ਕਰ ਦਿੱਤਾ ਜਾਏ ਔਰ ਇਹਦੇ 55 ਰੈਵਨਿਊ ਪਿੰਡ ਜਿਹੜੇ ਆ ਇਹਦੇ ਚ ਆਣਗੇ। ਇਸੇ ਤਰ੍ਹਾਂ ਹੀ ਦੀਨਾਨਗਰ ਜਿਹੜੀ ਸਬ ਤਹਿਸੀਲ ਸੀਗੀ ਉਹਨੂੰ ਤਹਿਸੀਲ ਅਪਗ੍ਰੇਡ ਕਰ ਦਿੱਤਾ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਬੇਸ਼ੱਕ ਪੰਜਾਬ ਕੈਬਨਿਟ ਨੇ ਅਹਿਮ ਫੈਸਲੇ ਲਏ, ਪਰ ਮੀਟਿੰਗ 'ਚ ਮਾਈਨਿੰਗ ਦਾ ਮੁੱਦਾ ਨਹੀਂ ਰੜਕਿਆ ਤੇ ਨਾ ਹੀ ਰੇਤੇ ਦੇ ਭਾਅ ਘਟਾਉਣ ਤੇ ਚਰਚਾ ਹੋਈ, ਜਿਸ ਤੋਂ ਬਾਅਦ ਇਹੀ ਉਮੀਦ ਹੈ ਕਿ ਰੇਤੇ ਦੇ ਅਸਮਾਨੀ ਚੜੇ ਭਾਅ ਆਮ ਜਨਤਾ ਨੂੰ ਇਸੇ ਤਰ੍ਹਾਂ ਹੀ ਤਰੇਲੀਆਂ ਲਿਆਉਣਗੇ ਤੇ ਰੇਤ ਮਾਫੀਆ ਵੀ ਸੁਰਖੀਆਂ 'ਚ ਬਣਿਆ ਰਹੇਗਾ। ਸ਼ਾਹਕੋਟ ਜਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੇ ਇੱਕ ਹੋਰ ਧਮਾਕਾ ਕੀਤਾ ਹੈ। ਅਕਾਲੀ ਦਲ ਦਾ ਵਫਦ ਚੋਣ ਕਮਿਸ਼ਨ ਦੇ ਦਰਬਾਰ ਪਹੁੰਚਿਆ, ਜਿੱਥੇ ਉਨ੍ਹਾਂ ਚੋਣ ਕਮਿਸ਼ਨ ਕੋਲ ਕਾਂਗਰਸ ਦੀ ਸ਼ਿਕਾਇਤ ਕੀਤੀ ਹੈ। ਅਕਾਲੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਹ ਇਸ ਤਰ੍ਹਾਂ ਕਿ ਕੈਪਟਨ ਨੇ ਜ਼ਿਮਨੀ ਚੋਣ ਬਾਰੇ ਪ੍ਰੈਸ ਕਾਨਫਰੰਸ ਕੀਤੀ, ਜੋ ਕਿ ਸਰਾਸਰ ਜ਼ਾਬਤੇ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਸ਼ਾਹਕੋਟ 'ਚ ਕੇਂਦਰੀ ਸੁਰੱਖਿਆ ਫੋਰਸ ਦੇ ਸੀਨੀਅਰ ਆਬਜ਼ਰਵਰ ਲਗਾਉਣ ਦੀ ਮੰਗ ਕੀਤੀ ਗਈ ਹੈ। ਅਕਾਲੀ ਦਲ ਨੇ ਲਾਡੀ ਸ਼ੇਰੋਵਾਲੀਆ ਨੂੰ ਵੀ ਕਲੀਨ ਚਿੱਟ ਦੇਣ ਦੇ ਮਾਮਲੇ ਤੇ ਕੈਪਟਨ ਨੂੰ ਨਿਸ਼ਾਨੇ ਤੇ ਲਿਆ। ਸਵਾਲ ਇਹ ਹੈ ਕਿ ਇਸ ਵੇਲੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਚੱਲ ਰਹੀ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਵਾਇਲੇਸ਼ਨ ਆਫ ਮਾਡਲ ਕੋਡ ਆਫ ਕੰਡਕਟ ਦੀ ਕਿਤੇ ਹੇਠਲੇ ਪੱਧਰ ਦੇ ਉੱਤੇ ਨਹੀਂ, ਮੁੱਖ ਮੰਤਰੀ ਸਾਹਿਬ ਦੇ ਪੱਧਰ ਦੇ ਉੱਤੇ ਖੁੱਲੀ ਨੰਗੀ ਚਿੱਟੀ ਵਾਇਲੇਸ਼ਨ ਜਿਹੜੀ ਹੈ ਉਹ ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਹੈ ਉਹ ਸ਼ੁਰੂ ਹੋ ਗਈ। ਜੇ ਸਟੇਟ ਦੇ ਹੈਡ ਹੀ ਇਸ ਤਰ੍ਹਾਂ ਕਰਨ ਲੱਗ ਜਾਣ, ਜਿਨ੍ਹਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਿ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਇਸ ਮੌਕਿਆਂ ਦੇ ਉੱਤੇ ਆਪਣਾ ਸੰਵਿਧਾਨਕ ਫਰਜ਼ ਵੀ ਨਿਭਾਉਣਾ ਹੁੰਦਾ, ਤੇ ਫਿਰ ਮੈਂ ਸਮਝਦਾ ਕਿ ਡੈਮੋਕ੍ਰੇਸੀ ਨੂੰ ਕੋਈ ਹੋਰ ਬਚਾ ਨਹੀਂ ਸਕਦਾ। ਹੁਣ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਆ, ਔਰ ਉਹਦੇ ਵਿੱਚ ਸ਼ਾਹਕੋਟ ਦੇ ਐਸਐਚਓ ਦਾ ਉਹ ਸਟਿੰਗ ਜਿਹੜਾ ਹੈਗਾ ਉਹ ਮੀਡੀਆ ਨੂੰ ਦੱਸ ਰਹੇ ਆ ਕਿ ਉਹਦਾ ਹੋਟਲ ਦੇ ਵਿੱਚ ਕਿਵੇਂ ਗਿਆ, ਕੀ ਖਾਧਾ, ਕੀ ਪੀਤਾ। ਜੇ ਮੁੱਖ ਮੰਤਰੀ ਸਾਹਿਬ ਦੇ ਪੱਧਰ ਦੇ ਉੱਤੇ ਜਿਹੜੀ ਹੈਗੀ ਆ ਇਸ ਤਰ੍ਹਾਂ ਐਸਐਚਓ ਦੀ ਬਲੈਕਮੇਲਿੰਗ ਹੋਏਗੀ, ਜਿਹੜਾ ਕਸੂਰ ਮੈਂ ਸਮਝਦਾ ਸਿਰਫ ਇੰਨਾ ਹੈ ਕਿ ਉਹਨੇ ਇੱਕ ਸਟਿੰਗ ਆਪਰੇਸ਼ਨ ਹੋਇਆ ਸੀ ਜਿਹਦੇ ਚ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ ਲਾਡੀ ਸ਼ੇਰੋਵਾਲੀਆ, ਉਹ ਮਾਈਨਿੰਗ ਮਾਫੀਆ ਦੇ ਨਾਲ ਗੱਲਾਂ ਕਰਦਾ, ਉਹਨਾਂ ਦੇ ਨਾਲ ਸੌਦੇ ਕਰਦਾ ਫੜਿਆ ਗਿਆ ਸੀ, ਔਰ ਇੱਕ ਕੰਪਲੇਂਟ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀ ਜਿਹਦੇ ਤੇ ਐਸਐਚਓ ਨੇ ਐਫਆਈਆਰ ਦਰਜ ਕਰ ਦਿੱਤੀ। ਸੁਨਾਮ ਤੋਂ ਸਾਬਕਾ ਕਾਂਗਰਸੀ ਰਹੇ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਵਿਧਾਨ ਸਭਾ ਚੋਣ ਲੜ ਚੁੱਕੇ ਰਜਿੰਦਰ ਦੀਪਾ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਰਜਿੰਦਰ ਦੀਪਾ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ। ਤੁਹਾਨੂੰ ਦੱਸ ਦਈਏ ਕਿ ਰਜਿੰਦਰ ਦੀਪਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਨੇ। ਇਸ ਤੋਂ ਬਿਨਾਂ ਅਕਾਲੀ ਦਲ 'ਚ ਸ਼ਾਮਲ ਹੋਣ ਵਾਲਿਆਂ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਸਕੱਤਰ ਰਜਿੰਦਰ ਕੌਰ ਮੀਸਮਾ ਵੀ ਨੇ। ਇਸ ਮੌਕੇ ਰਜਿੰਦਰ ਦੀਪਾ ਨੇ ਆਪਣੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਕਾਰਨ ਕਾਂਗਰਸ ਵਿੱਚ ਆਗੂਆਂ ਦੀ ਕਦਰ ਨਾ ਹੋਣਾ ਦੱਸਿਆ। ਸਾਥੀਓ, ਜਿਸ ਤਰ੍ਹਾਂ ਸੁਖਬੀਰ ਜੀ ਨੇ ਦੱਸਿਆ ਕਿ ਮੇਰਾ ਰਾਜਨੀਤਿਕ ਜੀਵਨ, ਸਿਆਸੀ ਜੀਵਨ ਵਿਦਿਆਰਥੀ ਜੀਵਨ ਤੋਂ ਹੀ ਸਟੂਡੈਂਟ ਪੋਲਿਟਿਕਸ ਤੋਂ ਸ਼ੁਰੂ ਹੋਇਆ, ਜਿੱਥੇ 80-81 ਚ ਮੈਂ ਡੀਏਵੀ ਕਾਲਜ ਦਾ ਜਨਰਲ ਸੈਕਟਰੀ ਰਿਹਾ। 1981-82 ਚ ਪਹਿਲੀ ਵਾਰੀ ਮੈਂ ਪੰਜਾਬ ਯੂਨੀਵਰਸਿਟੀ ਦਾ ਇਲੈਕਟਿਡ ਪ੍ਰੈਜ਼ੀਡੈਂਟ ਰਿਹਾ। 1983 ਦੇ ਵਿੱਚ ਦੁਬਾਰਾ ਪ੍ਰੈਜ਼ੀਡੈਂਟ ਬਣਿਆ। 1984 ਚ ਮੈਨੂੰ ਸੈਨੇਟ ਦਾ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ, ਔਰ ਮੈਂ ਸਭ ਤੋਂ ਘੱਟ ਉਮਰ ਦੀ 23 ਸਾਲ ਦੀ ਉਮਰ ਚ 84 ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਦਾ ਮੈਂਬਰ ਬਣਿਆ, ਔਰ 16 ਸਾਲ ਮੈਂ ਇਲੈਕਸ਼ਨ ਲੜ ਕੇ ਜਿੱਤ ਕੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਦਾ ਮੈਂਬਰ ਰਿਹਾ। ਔਰ ਜਿਹੜੀ ਮੇਰੀ ਪਾਰਟੀ ਪਹਿਲਾਂ ਰਹੀ ਕਾਂਗਰਸ ਪਾਰਟੀ 'ਚ, ਮੈਂ ਯੂਥ ਕਾਂਗਰਸ ਤੋਂ ਲੈ ਕੇ ਵੱਡੀ ਕਾਂਗਰਸ ਜਨਰਲ ਸੈਕਟਰੀ ਦੇ ਹੋਣ ਦੇ ਨਾਤੇ ਐਜ਼ ਅ ਸਪੋਕਸਪਰਸਨ ਵੀ ਮੈਂ ਉੱਥੇ ਆਪਦੀ ਡਿਊਟੀ ਨਿਭਾਈ। ਪਰ ਸਾਥੀਓ, ਜੋ ਦੇਖਿਆ, ਜੋ ਵਿੱਚ ਰਹਿ ਕੇ ਦੇਖਿਆ ਕਿ ਜੋ ਗਰਾਊਂਡ ਤੇ ਕੰਮ ਕਰਨ ਵਾਲਾ ਹੈ, ਇਮਾਨਦਾਰੀ ਤੇ ਸੱਚਾਈ ਨਾਲ ਜਿਹੜਾ ਕੰਮ ਕਰਨ ਵਾਲਾ ਵਰਕਰ ਹੈ, ਉੱਥੇ ਉਸ ਪਾਰਟੀ 'ਚ ਉੱਥੇ ਕਦਰ ਘੱਟ ਹੈ। ਬਿਲਕੁਲ ਇਮਾਨਦਾਰੀ ਤੇ ਸੱਚਾਈ ਨਾਲ ਗਰਾਊਂਡ ਤੇ ਕੰਮ ਕਰਨ ਦਾ ਸ਼ੌਂਕ ਹੈ, ਪਰ ਉੱਥੇ ਉਸ ਚੀਜ਼ ਦੀ ਕਦਰ ਨਹੀਂ ਪਾਈ ਗਈ।
ਤੇ ਪਿੱਛੇ ਦਿਨੇ ਬਿਲਕੁਲ ਮਨ ਬਣਾਇਆ ਕਿ ਹੁਣ ਇਸ ਪਾਰਟੀ 'ਚ ਨਹੀਂ ਰਹਿਣਾ ਤੇ ਇਲੈਕਸ਼ਨ ਦੇ ਦੌਰਾਨ ਮੈਂ ਰਿਜ਼ਾਈਨ ਕਰਕੇ ਫਿਰ ਇੰਡੀਪੈਂਡੈਂਟ ਸੁਨਾਮ ਤੋਂ ਇਲੈਕਸ਼ਨ ਵੀ ਲੜਿਆ। ਸਰ ਰਜਿੰਦਰ ਦੀਪਾ ਜੀ ਜੋ ਮੇਰੇ ਨਾਲ ਅਸੀਂ ਇਕੱਠੇ ਪੜ੍ਹੇ ਸੀ ਕੋਈ ਯੂਨੀਵਰਸਿਟੀ 'ਚ, ਜਿਹਦਾ ਮੇਰੇ ਨਾਲ ਜਾਤੀ ਬੜਾ ਪਿਆਰ ਸੀ। ਕਾਫੀ ਦੇਰ ਦਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਅਕਾਲੀ ਦਲ ਸ਼ਾਮਲ ਹੋ ਜਾਓ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਆਪਣੀ ਸਮੁੱਚੀ ਟੀਮ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ। ਬੀਬੀ ਰਜਿੰਦਰ ਕੌਰ ਮਿਮਸਾ ਜੀ ਜੋ ਐਕਸ ਸੈਕਟਰੀ ਹੈ ਪੀਪੀਸੀਸੀ ਦੇ, ਐਕਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਮਹਿਲਾ ਕਾਂਗਰਸ ਬਰਨਾਲਾ ਦੇ, ਉਹ ਵੀ ਅੱਜ ਆਪਣੀ ਸਮੁੱਚੀ ਟੀਮ ਨਾਲ ਸ਼ਾਮਲ ਹੋਇਆ ਤੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ। ਇਸੇ ਦੌਰਾਨ ਕਾਂਗਰਸ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਾ ਕੇ ਯੂਥ ਕਾਂਗਰਸ ਦੀਆਂ ਚੋਣਾਂ ਕਰਾਈਆਂ ਤੇ ਯੂਥ ਨੂੰ ਮਜ਼ਬੂਤ ਕੀਤਾ। ਪੰਚਾਇਤੀ ਇਲੈਕਸ਼ਨ ਲੜ ਕੇ ਮੈਂ ਕਾਂਗਰਸ ਦੀ ਪਾਰਟੀ ਵਿੱਚ ਜੁਆਇਨ ਕੀਤੀ ਤੇ ਇੰਨਾ ਕੰਮ ਕਰਨ ਦੇ ਬਾਵਜੂਦ, ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ, ਪਰ ਪਾਰਟੀ ਨੇ ਕਦੀ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਕਿਉਂਕਿ ਅੱਜ ਉਹ ਸਰਮਾਏਦਾਰਾਂ ਦੀ ਪਾਰਟੀ ਬਣ ਚੁੱਕੀ ਹੈ। ਉੱਥੇ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਪਰ ਜਦ ਮੈਂ 10 ਸਾਲਾਂ ਤੋਂ ਸੁਖਬੀਰ ਸਾਹਿਬ ਦਾ ਕੰਮ ਦੇਖਿਆ ਪੰਜਾਬ ਦੇ ਵਿੱਚ, ਜੋ ਇਹਨਾਂ ਦਾ ਸੁਪਨਾ ਸੀ ਕੈਲੀਫੋਰਨੀਆ ਬਣਾਉਣ ਦਾ, ਮੈਂ ਸਮਝਦੀ ਹਾਂ ਅਗਰ ਇਸ ਚਰਨ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿੰਦੇ ਤਾਂ ਸ਼ਾਇਦ ਉਹ 100% ਸੰਭਵ ਹੋ ਜਾਂਦਾ। ਪਰ ਦੇਰ ਆਏ ਦਰੁਸਤ ਆਏ। 2019 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12ਵੀਂ ਜਮਾਤ ਦੇ ਇਤਿਹਾਸ ਮਸਲੇ ਤੇ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਮੇਟੀ ਨੂੰ ਵੱਡੇ ਵਿਦਵਾਨਾਂ ਦੀ ਕਮੇਟੀ ਦਾ ਨਾਂ ਦਿੱਤਾ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਜਿਨ੍ਹਾਂ ਵਿਦਵਾਨਾਂ ਦੇ ਨਾਮ ਸਰਕਾਰ ਵੱਲੋਂ ਰੱਖੇ ਗਏ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਚੰਗੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਤੋਂ ਐਸਜੀਪੀਸੀ ਖੁਦ ਵਾਰਸੀ ਦੀਆਂ ਕਿਤਾਬਾਂ ਨੂੰ ਪੰਜਾਬ 'ਚ ਅਨੁਵਾਦ ਕਰਵਾਉਂਦੀ ਰਹੀ ਹੈ। ਦੇਸ਼ ਭਰ ਦੇ ਨਾਲ ਪੰਜਾਬ ਵਿੱਚ ਵੀ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਹੈਰਾਨੀਜਨਕ ਤਰੀਕੇ ਨਾਲ ਵਾਧਾ ਹੋਇਆ ਹੈ। ਆਏ ਦਿਨ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਜਿੱਥੇ ਸੂਬਾ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ, ਉੱਥੇ ਹੀ ਧੀਆਂ ਦੇ ਮਾਪਿਆਂ ਨੂੰ ਵੀ ਧੀਆਂ ਨੂੰ ਲੈ ਕੇ ਪਰੇਸ਼ਾਨੀਆਂ 'ਚ ਪਾ ਦਿੱਤਾ ਹੈ। ਪ੍ਰੋਫੈਸਰ ਕਿਰਪਾਲ ਸਿੰਘ ਸਭ ਤੋਂ ਪੁਰਾਣੇ ਹਿਸਟੋਰੀਅਨ ਨੇ। ਉਹ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੜੀ ਦੇਰ ਹਿਸਟਰੀ ਦੇ ਹੈਡ ਆਫ ਡਿਪਾਰਟਮੈਂਟ ਰਹੇ ਨੇ। ਉਹਨਾਂ ਦੀ ਉਮਰ ਤਕਰੀਬਨ 100 ਸਾਲ ਤੋਂ ਵੱਧ ਹੈ। ਉਹ ਸਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਚੰਡੀਗੜ੍ਹ 'ਚ, ਉਹਦੇ ਵਿੱਚ ਫਾਰਸੀ ਦੇ ਸੋਰਸ ਨੂੰ ਅਨੁਵਾਦ ਕਰਕੇ ਪੰਜਾਬੀ 'ਚ ਕਰ ਰਹੇ ਨੇ। ਤੇ ਉਹ ਨੇ ਜਿਹੜੇ ਬਾਕੀ ਬੰਦੇ ਵੀ ਉਹਦੇ ਨਾਲ ਪਾਏ ਨੇ। ਗਰੇਵਾਲ ਸਾਹਿਬ ਜਿਹੜੇ ਉਹ ਬਰਨਾਲਾ ਦੇ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਰਹੇ ਨੇ, ਉਹ ਬੜੇ ਵੱਡੇ ਹਿਸਟੋਰੀਅਨ ਨੇ। ਤੇ ਕੋਈ ਤੇਜਾ ਸਿੰਘ, ਫੌਜਾ ਸਿੰਘ, ਡਾਕਟਰ ਗੰਡਾ ਸਿੰਘ ਤੋਂ ਬਾਅਦ ਇੱਕ ਹਿਸਟੋਰੀਅਨ ਹੋਏ ਨੇ। ਉਹ ਇਹ ਹਿਸਟੋਰੀਅਨ ਹੋਏ ਨੇ ਡਾਕਟਰ ਕਿਰਪਾਲ ਸਿੰਘ ਜੀ, ਡਾਕਟਰ ਜੇਐਸ ਗਰੇਵਾਲ ਜੀ, ਬੀਬੀ ਇੰਦੂ ਬੰਗਾ ਜੀ, ਪ੍ਰਿਤੀਪਾਲ ਕਪੂਰ ਜੀ। ਜਿਹੜੀ ਕਮੇਟੀ ਬਣਾਈ ਹੈ ਉਹਦੀ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਹੀ ਇਹ ਨਹੀਂ ਕਿ ਕੋਈ ਕਾਂਗਰਸ ਜਾਂ ਅਕਾਲੀ, ਉਹ ਸਾਰੇ ਸਿੱਖ ਜਗਤ ਦੇ ਵਿੱਚ ਸਾਰੇ ਸਿੱਖਾਂ ਦੇ ਜੀ ਬੜੇ ਜਾਣੇ ਪਛਾਣੇ ਨੇ, ਬੜੇ ਮਾਣਯੋਗ ਸਨਮਾਨਯੋਗ ਨੇ। ਤੇ ਇਸੇ ਤਰ੍ਹਾਂ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੀ ਜਿਹੜੇ ਯੋਗ ਵਿਅਕਤੀ ਨੇ ਉਹਦੇ ਠੀਕ ਸਮਝ ਕੇ ਉਹ ਪ੍ਰਧਾਨ ਸਾਹਿਬ ਹੋਣਗੇ। ਕਠੂਆ ਮਾਸੂਮ ਬੱਚੀ ਨਾਲ ਗੈਂਗਰੇਪ ਤੇ ਕਤਲ ਮਾਮਲਾ ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ, ਇਸ ਕੇਸ ਦੀ ਪੈਰਵਾਈ ਹੁਣ ਪੰਜਾਬ ਦੇ ਪਠਾਨਕੋਟ ਵਿੱਚ ਹੋਏਗੀ। ਜੀ ਹਾਂ, ਸੁਪਰੀਮ ਕੋਰਟ ਨੇ ਹੁਕਮ ਦਿੱਤੇ ਨੇ ਕਿ ਰੇਪ ਕੇਸ ਦੀ ਰੋਜ਼ਾਨਾ ਸੁਣਵਾਈ ਅਤੇ ਰਿਕਾਰਡਿੰਗ ਕੀਤੀ ਜਾਏ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜੰਮੂ ਦੇ ਕਠੂਆ ਦੀ ਇੱਕ ਨਾਬਾਲਿਗ ਕੁੜੀ ਨਾਲ ਗੈਂਗਰੇਪ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ, ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਆਲੋਚਨਾ ਹੋਈ ਸੀ। ਐਫਆਈਆਰ ਮੁਤਾਬਕ ਗੈਂਗਰੇਪ ਦੇ ਦੋਸ਼ੀ ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਨੇ, ਜਦਕਿ ਨਾਬਾਲਿਗ ਬੱਚੀ ਮੁਸਲਿਮ ਪਰਿਵਾਰ ਦੀ ਬੱਚੀ ਸੀ। ਖੈਰ, ਸੁਪਰੀਮ ਕੋਰਟ ਨੇ 9 ਜੁਲਾਈ ਤੱਕ ਕੇਸ ਦੀ ਰਿਪੋਰਟ ਮੰਗੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 6 ਮਹੀਨਿਆਂ ਵਿੱਚ ਫੈਸਲਾ ਆ ਸਕਦਾ ਹੈ। ਅਦਾਲਤ ਨੇ ਪਰਿਵਾਰ ਅਤੇ ਵਕੀਲ ਦੀ ਵੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ऑनरेबल सुप्रीम कोर्ट ने ये केस जो है ट्रांसफर करके डिस्ट्रिक्ट एंड सेशन जज गुरदासपुर पठानकोट को भेज दिया है। और ये जो केस फुल फाइल जो कठुआ डिस्ट्रिक्ट एंड सेशन जज है वो फुल फाइल सील्ड एनवेलप में यहाँ उनको ट्रांसफर करेंगे और ये भी श्योर करेंगे कि जो उसकी इसमें जो है ट्रांसलेटर भी अपॉइंट किए जाएंगे एज पर द नीड ऑफ डिस्ट्रिक्ट एंड सेशन जज पठानकोट। ठीक है। और ऑनरेबल सुप्रीम कोर्ट ने ये भी डायरेक्शंस दी हैं कि जो भी गवाह वगैरह आएंगे उसका स्टेट ऑफ J&K विल बियर द एक्सपेंसेस, उनका रहने का खाने पीने का इंतजाम J&K गवर्नमेंट देखेगी। सेकेंडली जो है वो ट्रायल जो है डे टू डे बेसिस पे चलेगा और सेशन जज साहब पठानकोट आप खुद उसकी ट्रायल करेंगे और कोई भी गवाह जो आएगा उसको किसी कारणवश
उसका क्रॉस एग्जामिनेशन या किसी भी रीजनिंग से उसको डिजर्व नहीं किया जा सकता, वो गवाही उसकी कंप्लीट होगी, ठीक है। और गवर्नमेंट ऑफ J&K अगर चाहे तो अपना सरकारी वकील भी वो साथ में अपॉइंट कर सकते हैं। अभी ऑनरेबल सुप्रीम कोर्ट ने कोई डेट विदाउट एनी डिले उन्होंने कहा कि इसको ट्रांसफर कर दिया जाए। कोई सुप्रीम कोर्ट, क्योंकि ऑनरेबल सुप्रीम कोर्ट खुद इसको मॉनिटर कर रही है, ठीक है, और उसमें सुप्रीम कोर्ट ने अभी मैटर जो है वाइंड अप नहीं किया है। 9 जुलाई 2018 has been fixed by Honorable Supreme Court. That matter is under the supervision of the Supreme Court. तो वो डे टू डे वो चलता रहेगा, जैसे जैसे केस प्रोसीड करेगा इट विल बी मॉनिटर्ड बाय द ऑनरेबल सुप्रीम कोर्ट। ਪੰਜਾਬ ਵਿੱਚ ਇੰਨੇ ਦਿਨੀ ਖਰਾਬ ਮੌਸਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਤੂਫਾਨ ਮਚਿਆ ਹੋਇਆ ਹੈ। ਅਜਿਹੇ ਵਿੱਚ ਮੌਸਮ ਦੀ ਅਸਲ ਹਕੀਕਤ ਕੀ ਹੈ, ਇਸ ਬਾਬਤ ਮੌਸਮ ਵਿਭਾਗ ਪਟਿਆਲਾ ਦੇ ਡਾਇਰੈਕਟਰ ਅਭਿਸ਼ੇਕ ਆਨੰਦ ਨਾਲ ਖਾਸ ਗੱਲਬਾत ਕੀਤੀ। अभी अगले 24 से 48 घंटे में सब मौसम अभी साफ हो जाने वाला है। अगला स्पेल 12 तारीख से फिर आने की संभावना है वेस्टर्न डिस्टर्बेंस की। अभी आज के दिन में जो संभावना है कि हल्की फुल्की बारिश के साथ थोड़े गरज और बौछारें होंगी, और बाकी तो मौसम में बहुत ज्यादा पंजाब के लिए आज के दिन में कोई ऐसा अलर्ट नहीं है। और सोशल मीडिया पे ज्यादा भरोसा ना करें, उससे ज्यादा अच्छा है कि आप हमारे जो डिपार्टमेंट की वेबसाइट है imd.gov.in उस पर लॉग इन करके आप जानकारी प्राप्त कर सकते हैं कि अभी यथास्थिति क्या चल रही है। लोगों को है कि डर पे ज्यादा विश्वास ना करें, अफवाहों पे ज्यादा विश्वास ना करें और सही सच्चाई जानने की कोशिश करें। और ज्यादा कुछ वैसा अलर्ट होता है तो आपके पास मीडिया से आपके पास इंफॉर्मेशन आ जाती है, आपके पास सरकारी महकमे से इंफॉर्मेशन आ जाती है, डिपार्टमेंट से इंफॉर्मेशन आ जाती है। तो जब तक ये सब कुछ ना हो तो बहुत ज्यादा डरने की जरूरत नहीं है। अगर स्थिति ज्यादा खराब होती तो सरकारी महकमे से स्कूल कॉलेज बंद होने की कुछ सूचना आती है। जब ऐसा नहीं है तो स्थिति उतनी गंभीर नहीं है। मौसम विभाग का मेन रोल क्या है कि जो भी डेटा है फोरकास्टिंग की वो हम लोग सरकारी महकमे तक प्रोवाइड करते हैं। अब उनके पास जो सोर्सेस हैं, जैसे सेंटर में नेशनल डिजास्टर रिस्पांस फोर्स होती है, स्टेट में स्टेट डिजास्टर रिस्पांस फोर्स होती है, और बाकी सरकारी महकमे जिस तरह की आपकी प्रोबेबिलिटी होती है कि ये तूफान आने वाला है, अपनी तैयारी वो रखते हैं और लोगों को सूचना प्रोवाइड करते हैं कि निकलना है, नहीं निकलना है या सेफ रहना है। तो उस टाइप की सारी सूचनाएं एक दूसरे से कोऑर्डिनेशन में मिल जाती हैं। अभी वेस्टर्न डिस्टर्बेंस है वो हम लोग सैटेलाइट से डेटा के थ्रू देखते हैं। वो आपको पहले भी मैंने बताया कि वेस्टर्न डिस्टर्बेंस एक्स्ट्रा ट्रॉपिकल कंट्रीज से आती है। वो मेडिटेरियन सी या ब्लैक सी से होते हुए इराक, ईरान, अफगानिस्तान, पाकिस्तान होते हुए इंडिया आती है। तो उसका असर 30 डिग्री से ऊपर लैटिट्यूड पे होता है, और जिसका कुछ असर हमें, अगर वो नीचे आती है तो पंजाब, हरियाणा, दिल्ली में भी उसका कुछ असर होता है। जैसे वेदर जो फोरकास्ट है, जैसे ये वेस्टर्न डिस्टर्बेंस का जो हम लोग अभी बात कर रहे हैं, तो वो वेस्टर्न डिस्टर्बेंस तो आ रही है आपके मेडिटेरियन सी से, और उधर से ईरान, इराक, अफगानिस्तान, पाकिस्तान होते आ रही है। तो हम लोग ये जो वेदर फेनोमेना है, ये थ्रू आउट द वर्ल्ड सारे डेटा एक दूसरे को शेयर करते हैं हम लोग। अभी करेंटली में ये सैटेलाइट डेटा देखी जा रही है, सैटेलाइट डेटा इंडिया की भी देखी जा रही है, अगल बगल आस पड़ोस के कंट्रीज की भी देखी जा रही है कि इसका मूवमेंट कैसे हो रहा है, इसकी स्पीड क्या है, ये कब तक भारत में पहुंचेगा। इसके अलावा सैटेलाइट डेटा के अलावा यहाँ पे पटियाला में डॉपलर वेदर रडार लगा हुआ है, जो 24 घंटे रडार से हम लोग 500 किलोमीटर तक की रेंज की हम लोग देखते हैं कि क्या स्थिति बन रही है, बादलों का मूवमेंट किधर हो रहा है, थंडरस्टॉर्म किधर जा रहा है, किधर आ रहा है। तो ये स्थिति हम लोग इससे देखते हैं। इसके अलावा ऑब्जर्वेटरी है, इसके अलावा रेडियो सोंडे है, जो हम लोग सुबह में हाइड्रोजन बैलून छोड़ते हैं जिसमें इंस्ट्रूमेंट, स्पेशल इंस्ट्रूमेंट लगे होते हैं, जिनके साथ हम वेदर की, अपर एयर की डेटा हम लोग कलेक्ट करते हैं। ऐसे काफी डेटा कलेक्ट करने के बाद ये सारे डेटा एक तो मॉडल में भी जाते हैं, उसके अलावा फोरकास्टर ये सारे डेटा कलेक्ट करके उसके हिसाब से फोरकास्ट करते हैं कि क्या प्रोबेबिलिटी है, क्या चांसेस अगले 2-3 दिन में, या वैसे क्या स्थिति बन रही है। ਪਾਕਿਸਤਾਨ ਦਾ ਭਾਰਤ ਪ੍ਰਤੀ ਨਜ਼ਰੀਆ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਅਤੇ ਪਾਕਿਸਤਾਨ ਵੱਲੋਂ ਭਾਰਤ ਵੱਲ ਕੀਤੀ ਜਾਂਦੀ ਨਸ਼ਾ ਤਸਕਰੀ ਵੀ ਨਿਤ ਨਵੇਂ ਸਿਖਰ ਛੋ ਰਹੀ ਹੈ। ਬੀਤੇ ਕੁਝ ਦਿਨਾਂ 'ਚ ਫਿਰੋਜ਼ਪੁਰ 'ਚ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਹੋ ਰਹੀਆਂ ਨੇ। ਹੁਣ ਮੁੜ 27 ਕਰੋੜ ਦੀ ਹੈਰੋਇਨ ਦੀ ਬਰਾਮਦਗੀ ਨੇ ਕਈ ਵੱਡੇ ਸਵਾਲ ਖੜੇ ਕੀਤੇ ਨੇ। ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਇੱਕ ਵਾਰ ਫੇਰ ਐਸਟੀਐਫ ਸਰਹੱਦ ਰੇਂਜ ਅੰਮ੍ਰਿਤਸਰ ਨੇ ਵੱਡੀ ਕਾਰਵਾਈ ਕਰਦਿਆਂ ਕੰਡਿਆਲੀ ਤਾਰ ਦੇ ਪਾਰ ਵਿਸ਼ੇਸ਼ ਸਰਚ ਆਪਰੇਸ਼ਨ ਕਰਕੇ ਜ਼ਮੀਨ 'ਚ ਦੱਬੀ 5 ਕਿਲੋ 315 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਇਸ ਕਾਰਵਾਈ ਦੇ ਦੌਰਾਨ ਕੰਡਿਆਲੀ ਤਾਰ ਤੋਂ ਪਰਲੇ ਬੰਨੇ ਦੀ ਜ਼ਮੀਨ ਚੋਂ ਕਰੀਬ 27 ਕਰੋੜ ਦੀ ਹੈਰੋਇਨ ਅਤੇ 45 ਗ੍ਰਾਮ ਅਫੀਮ ਤੋਂ ਇਲਾਵਾ ਪਾਕਿਸਤਾਨੀ ਸਿਮ ਬਰਾਮਦ ਕੀਤੇ ਨੇ। ਇਸ ਸੰਬੰਧੀ AIG ਰਸ਼ਪਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ 'ਚ ਨਸ਼ੇ ਦੀ ਵੱਡੀ ਖੇਪ ਭੇਜੀ ਜਾ ਸਕਦੀ ਹੈ, जिस दे आधार पे उन्हें कार्रवाई की थी। उनके पास स्पेसिफिक इनपुट आई थी कि जे रीना नाम की लेडी है जिसकी BOP जो DT मल है और फेंसिंग के उस पार इसकी जमीन है और वहाँ इन्होंने वो पाकिस्तानी स्मगलर से तालमेल करके इन्होंने कोई कंसाइनमेंट जो है वहाँ रखवाई है और उसी के बिहाफ में क्योंकि इनपुट बहुत स्पेसिफिक थी तो इन्होंने पुलिस स्टेशन ममदोट में पहले केस रजिस्टर किया और केस रजिस्टर करने के बाद जो BOP DT मल है वहाँ जाकर तालमेल किया BOP पर्सनल जो BSF वाले हैं तो उनके साथ जॉइंट ऑपरेशन में वहाँ 5 kg समथिंग जो है वो रिकवरी हुई है और जो 9 पैकेट थे 8 पैकेट हीरोइन के थे और 9वां पैकेट जो है वो ओपीएम का था, अफीम का था और उसका जो 8 पैकेट हीरोइन है उसका कुल वजन जो है वो 5 kg 315 ग्राम वो रिकवरी हुई है जो केस रजिस्टर थाना ममदोट में किया है और अभी तक वो साथ में वो एक स्पार्क सिम भी था और वो सिम जो है वो अभी BSF वालों एनालिसिस कर रहे हैं उसको सारा। फिलहाल STF टीम ने कंडियाली तार तो पार वाली जमीन दी मालिक रजनी उर्फ रीना के खिलाफ मामला दर्ज करके कार्रवाई शुरू कर दी है। पाकिस्तानी तस्करां दे नाल नजिठण लई BSF काफी है पर STF दी कार्रवाई नूं भी घटा के नहीं वेख्या जा सकदा। ਬਠਿੰਡਾ ਜ਼ਿਲ੍ਹੇ 'ਚ ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ 1 ਦਰਜਨ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੂਰੇ ਜ਼ਿਲ੍ਹੇ 'ਚ ਵੈਕਸੀਨੇਸ਼ਨ ਦਾ ਕੰਮ ਠੱਪ ਕਰ ਦਿੱਤਾ ਹੈ। ਖਸਰੀ ਅਤੇ ਰੁਬੈਲਾ ਖਿਲਾਫ ਚੱਲ ਰਹੀ ਟੀਕਾਕਰਨ ਮੁਹਿੰਮ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ 'ਚ ਦਰਜਨ ਦੇ ਕਰੀਬ ਬੱਚਿਆਂ ਦੀ ਟੀਕਾਕਰਨ ਤੋਂ ਬਾਅਦ ਹਾਲਤ ਵਿਗੜ ਗਈ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਵੀ ਕਰਵਾਉਣਾ ਪਿਆ। ਹੁਣ ਇਸ ਮਸਲੇ ਤੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਆਪਣੀ ਚੁੱਪੀ ਤੋੜੀ ਹੈ ਤੇ ਬ੍ਰਹਮ ਮਹਿੰਦਰਾ ਨੇ ਇਹ ਕਿਹਾ ਹੈ ਕਿ ਬਠਿੰਡਾ 'ਚ ਵੈਕਸੀਨੇਸ਼ਨ ਦਾ ਕੰਮ ਰੋਕ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਇਸ ਮਸਲੇ ਤੇ ਆਪਣੀ ਦਲੀਲ ਦਿੱਤੀ ਹੈ ਕਿ ਬਠਿੰਡਾ 'ਚ ਪਾਣੀ ਖਰਾਬ ਹੈ ਜਿਸ ਕਾਰਨ ਬੱਚੇ ਬਿਮਾਰ ਹੋਏ ਨੇ। ਬ੍ਰਹਮ ਮਹਿੰਦਰਾ ਨੇ ਇਹ ਵੀ ਕਿਹਾ ਕਿ ਜਿਸ ਮੁਹਿੰਮ ਤਹਿਤ ਪੂਰੇ ਦੇਸ਼ 'ਚ ਟੀਕਾਕਰਨ ਪ੍ਰਕਿਰਿਆ ਚੱਲ ਰਹੀ ਹੈ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਵੇਖਿਆ ਜਾਵੇ। ਕਾਬਿਲੇ ਗੌਰ ਹੈ ਕਿ ਬਠਿੰਡਾ ਤੇ ਸੰਗਰੂਰ ਤੋਂ ਇਲਾਵਾ ਕਈ ਥਾਵਾਂ ਤੇ ਬੱਚੇ ਬਿਮਾਰ ਹੋ ਗਏ ਸਨ ਜਿਨ੍ਹਾਂ ਦੀ ਸਿਹਤ 'ਚ ਫਿਲਹਾਲ ਸੁਧਾਰ ਦੱਸਿਆ ਜਾ ਰਿਹਾ ਹੈ ਪਰ ਇਸ ਘਟਨਾਕ੍ਰਮ ਨੇ ਪੰਜਾਬ ਸਰਕਾਰ ਦੀ ਸਿਹਤ ਜ਼ਰੂਰ ਵਿਗਾੜ ਦਿੱਤੀ ਹੈ। ਬਾਲੀਵੁੱਡ ਦੀ ਮਸਕ ਅਲੀ ਸੋਨਮ ਕਪੂਰ ਮਸ਼ਹੂਰ ਬਿਜ਼ਨਸਮੈਨ ਆਨੰਦ ਅਹੂਜਾ ਨਾਲ ਵਿਆਹ ਦੇ ਬੰਧਨ ਵਿੱਚ ਪੱਜ ਗਈ ਹੈ। 7 ਮਈ ਦੀ ਰਾਤ ਸੋਨਮ ਕਪੂਰ ਦੇ ਵਿਆਹ ਦੀ ਸੰਗੀਤ ਪਾਰਟੀ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਹਨਾਂ ਦਾ ਵਿਆਹ ਬਿਜ਼ਨਸਮੈਨ ਆਨੰਦ ਅਹੂਜਾ ਨਾਲ ਹੋਇਆ। ਇਸ ਤੋਂ ਪਹਿਲਾਂ 7 ਮਈ ਦੀ ਰਾਤ ਨੂੰ ਸੋਨਮ ਦੇ ਘਰ ਸੰਗੀਤ ਦਾ ਫੰਕਸ਼ਨ ਰੱਖਿਆ ਗਿਆ। ਸੰਗੀਤ ਸੈਰੇਮਨੀ ਵਿੱਚ ਬਾਲੀਵੁੱਡ ਦੀ ਕਈ ਹਸਤੀਆਂ ਪਹੁੰਚੀਆਂ। ਕੈਟਰੀਨਾ ਕੈਫ, ਵਰੁਣ ਧਵਨ, ਰੇਖਾ ਰਾਣੀ ਮੁਖਰਜੀ, ਸ਼ਿਲਪਾ ਸ਼ੈੱਟੀ ਅਤੇ ਕਰਨ ਜੋਹਰ ਤੋਂ ਲੈ ਕੇ ਕਈ ਸਿਤਾਰਿਆਂ ਨੇ ਸੋਨਮ ਆਨੰਦ ਦੇ ਸੰਗੀਤ ਵਿੱਚ ਆਪਣੀ ਹਾਜ਼ਰੀ ਭਰੀ। ਸੋਨਮ ਕਪੂਰ ਆਪਣੇ ਸੰਗੀਤ ਵਿੱਚ ਕਾਫੀ ਖੁਸ਼ ਵੀ ਨਜ਼ਰ ਆਈ। ਉਹਨਾਂ ਦੀ ਆਉਣ ਵਾਲੀ ਫਿਲਮ ਵੀਰੇ ਦੀ ਵੈਡਿੰਗ ਦਾ ਗੀਤ ਤਾਰੀਫਾਂ ਉੱਤੇ ਸੋਨਮ ਕਾਫੀ ਝੂਮਦੀ ਹੋਈ ਵੀ ਨਜ਼ਰ ਆਈ। ਇਸ ਦੇ ਨਾਲ ਹੀ ਸੋਨਮ ਦੇ ਪਿਤਾ ਯਾਨੀ ਅਨਿਲ ਕਪੂਰ ਦੀ ਵੀ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਸੋਨਮ ਤੇ ਆਨੰਦ ਦਾ ਅੱਜ ਯਾਨੀ ਕਿ 8 ਮਈ ਨੂੰ ਵਿਆਹ ਹੋ ਗਿਆ ਹੈ। ਆਖਿਰਕਾਰ ਅੱਜ ਯਾਨੀ ਕਿ 8 ਮਈ ਨੂੰ ਸੋਨਮ ਅਤੇ ਆਨੰਦ ਦਾ ਵਿਆਹ ਹੋ ਗਿਆ ਹੈ।
ਵਿਆਹ ਸਮਾਰੋਹ ਵਿੱਚ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਪਹੁੰਚੀਆਂ। ਵਿਆਹ ਦੇ ਜੋੜੇ ਵਿੱਚ ਸੋਨਮ ਕਪੂਰ ਤੇ ਆਨੰਦ ਅਹੂਜਾ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ, ਜਿਸ ਵਿੱਚ ਉਹ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਸੋਨਮ ਕਪੂਰ ਦੁਲਹਨ ਦੇ ਜੋੜੇ ਵਿੱਚ ਕਾਫੀ ਸ਼ਾਨਦਾਰ ਲੱਗ ਰਹੀ ਹੈ। ਇਸ ਤੋਂ ਇਲਾਵਾ ਸੋਨਮ ਦੇ ਪਿਤਾ ਅਨਿਲ ਕਪੂਰ, ਜੈਕਲਿਨ ਫਰਨਾਂਡez, ਅੰਸ਼ੁਲਾ ਕਪੂਰ, ਅਰਜੁਨ ਕਪੂਰ ਸਮੇਤ ਹੋਰ ਹਸਤੀਆਂ ਪਹੁੰਚ ਚੁੱਕੀਆਂ ਨੇ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਦੇਸ਼ ਤੇ ਦੁਨੀਆ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਵੇਖਦੇ ਰਹੋ ਸਿੱਖ ਚੈਨਲ। ਧੰਨਵਾਦ।